ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਬਾਣੀ ਵਿਚਾਰਧਾਰਾ ਨਾਲ ਜੋੜਨ ਲਈ ਮਨ ਹੀ ਮਨ ਪਰਮੇਸ਼ਵਰ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸਾਡਾ ਮਨ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੁੜੇ ਅਤੇ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਅਸੀਂ ਜੀਵਨ ਵਿੱਚ ਵਸਾ ਸਕੀਏ। ਸ਼ੁੱਕਰਵਾਰ ਵਾਲੇ ਦਿਨ ਆਪਾਂ ਫਰੀਦ ਸਾਹਿਬ ਜੀ ਦੇ ਸ਼ਲੋਕ ਸਮਝਣ ਦਾ ਯਤਨ ਕਰ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਸ਼ਲੋਕ ਨੰਬਰ 94 ਤੋਂ ਸ਼ੁਰੂ ਕਰਾਂਗੇ। ਪਿਛਲੇ ਸ਼ੁੱਕਰਵਾਰ ਆਪਾਂ ਸ਼ਲੋਕ ਨੰਬਰ 93 ਸਮਝ ਰਹੇ ਸਾਂ, ਜਿਸ ਵਿੱਚ ਭਗਤ ਫਰੀਦ ਸਾਹਿਬ ਜੀ ਸਾਨੂੰ ਇੱਕ ਹਲੂਣਾ ਦੇ ਰਹੇ ਸਨ ਕਿ ਤੁਸੀਂ ਅਖੀਰ ਨੂੰ ਇਹ ਸੰਸਾਰ ਛੱਡਣਾ ਹੈ। ਜਿਸ ਸੰਸਾਰ ਨੂੰ ਹੁਣ ਅਸੀਂ ਬਹੁਤ ਬੁਰੀ ਤਰ੍ਹਾਂ ਚੰਬੜੇ ਹੋਏ ਹਾਂ, ਇਸ ਮੋਹ ਮਮਤਾ ਨੇ ਸਾਨੂੰ ਜਕੜਿਆ ਹੋਇਆ ਹੈ। ਅਸੀਂ ਇਸ ਮੋਹ ਮਮਤਾ ਚੋਂ ਨਿਕਲ ਨਹੀਂ ਪਾ ਰਹੇ ਤੇ ਫਰੀਦ ਸਾਹਿਬ ਆਖਦੇ ਸਨ ਵੀ ਇਹ ਤੇ ਹਰ ਹਾਲਤ ਵਿੱਚ ਤੁਹਾਨੂੰ ਇਹ ਸਭ ਕੁਝ ਛੱਡਣਾ ਪੈਣਾ ਹੈ ਤੇ ਅਖੀਰ ਨੂੰ ਜਿਹੜਾ ਤੁਹਾਡਾ ਸੱਚਾ ਘਰ ਹੈ ਯਾਨੀ ਕਬਰ, ਉੱਥੇ ਤੁਹਾਨੂੰ ਪਹੁੰਚਣਾ ਹੀ ਪੈਣਾ ਹੈ। ਸੋ ਆਪਾਂ ਸਮਝ ਰਹੇ ਸਾਂ ਕਿ ਸਾਡੀ ਜ਼ਿੰਦਗੀ ਜਨਮ ਤੋਂ ਸ਼ੁਰੂ ਹੁੰਦੀ ਤੇ ਮਰਨ ਤੱਕ ਚੱਲਦੀ। ਇਹ ਸਾਡੇ ਸਰੀਰ ਦਾ ਸਰੀਰਕ ਜਿਹੜਾ ਸਫ਼ਰ ਹੈ, ਯਾਤਰਾ ਜਿਹੜੀ ਉਹ ਪੂਰੀ ਹੋ ਜਾਂਦੀ, ਲੇਕਿਨ ਸਾਡੀ ਆਤਮਿਕ ਯਾਤਰਾ ਅਧੂਰੀ ਰਹਿ ਜਾਂਦੀ। ਜਿਸ ਕੰਮ ਲਈ ਸਾਨੂੰ ਸਰੀਰ ਮਿਲਿਆ ਸੀ ਜਾਂ ਇਹ ਸਰੀਰ ਦਾ ਸਮਾਂ ਮਿਲਿਆ ਸੀ, ਉਹ ਸਮਾਂ ਅਸੀਂ ਬਸ ਇਸ ਮੋਹ ਮਮਤਾ ਵਿੱਚ ਫਸ ਕੇ ਹੀ ਗੁਜ਼ਾਰ ਦਿੰਦੇ। ਮਕਸਦ ਸੀ ਸਾਡੇ ਜੀਵਨ ਦਾ ਪ੍ਰਭੂ ਵਿੱਚ ਅਭੇਦ ਹੋਣਾ, ਤੇ ਉਹ ਕੰਮ ਪਿੱਛੇ ਹੀ ਰਹਿ ਜਾਂਦਾ, ਉਹ ਅਸੀਂ ਕਰਦੇ ਹੀ ਨਾ। ਸੋ ਸਰੀਰਕ ਯਾਤਰਾ ਪੂਰੀ ਹੋ ਜਾਂਦੀ, ਆਤਮਿਕ ਯਾਤਰਾ ਅਧੂਰੀ ਰਹਿ ਜਾਂਦੀ ਤੇ ਫਿਰ ਸਾਨੂੰ ਇਹੋ ਹੀ 84 ਦਾ ਗੇੜ, ਉਹਦੇ ਵਿੱਚ ਹੀ ਅਸੀਂ ਫਿਰ ਘੁੰਮਣ ਘੇਰੀਆਂ ਖਾਂਦੇ ਰਹਿੰਦੇ। ਸ਼ਲੋਕ ਨੰਬਰ 94 ਵਿੱਚ ਫਰੀਦ ਸਾਹਿਬ ਆਖਦੇ ਨੇ ਵੀ ਇੱਕ ਦੋ ਚੌਂ ਦੀ ਗੱਲ ਨਹੀਂ, ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਇੰਨੀ ਲੋਇਣੀ ਦਾ ਮਤਲਬ ਇਹਨਾਂ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਕਿੰਨੀ ਲੁਕਾਈ ਚਲੀ ਗਈ ਏ। ਪਤਾ ਨਹੀਂ ਇੰਨੇ ਲੋਕ ਫਰੀਦ ਜੀ ਨੇ ਜਾਂਦੇ ਵੇਖੇ ਹੋਣਗੇ ਕਿ ਨਹੀਂ, ਪਰ ਮੈਂ ਤੇ ਬਹੁਤ ਵੇਖੇ ਨੇ। ਮੈਂ ਗੁਰਦੁਆਰੇ 'ਚ ਜੌਬ ਕਰਦਾ ਹਾਂ, ਇਸ ਲਈ ਮੈਨੂੰ ਆਪਣੇ ਹੱਥੀਂ ਬਹੁਤ ਲੋਕਾਂ ਨੂੰ ਅੱਗੇ ਤੋਰਨ ਦਾ ਮੌਕਾ ਮਿਲਿਆ। ਮੈਂ ਵੇਖਦਾ ਹੁੰਦਾ ਕਿ ਇੱਕ ਦਿਨ ਇਸੇ ਹੀ ਬਾਕਸ ਜਿਹੇ ਦੇ ਅੰਦਰ ਮੈਂ ਵੀ ਪਿਆ ਹੋਵਾਂਗਾ ਤੇ ਜਿਵੇਂ ਲੋਕਾਂ ਨੂੰ ਮੈਂ ਤੋਰ ਰਿਹਾ, ਇਸ ਤਰ੍ਹਾਂ ਮੈਨੂੰ ਕੋਈ ਤੋਰਦਾ ਹੋਵੇਗਾ। ਬਹੁਤ ਦੁਨੀਆ ਵੇਖੀ ਹੈ ਜੀ, ਆਪਣੇ ਹੱਥਾਂ ਨਾਲ ਤੋਰੀ, ਆਪਣੀਆਂ ਅੱਖਾਂ ਨਾਲ ਵੇਖੀ ਹੈ। ਔਰ ਇੱਕ ਗੱਲ ਵੇਖੀ ਹੈ ਜਿਹੜੀ ਮੇਰੇ ਅੰਦਰ ਘਰ ਕਰ ਗਈ ਹੈ,
ਉਹ ਇਹ ਕਿ ਵੱਡੇ ਤੋਂ ਵੱਡੇ ਅਮੀਰ ਲੋਕ ਵੇਖੇ ਨੇ ਜਾਂਦੇ, ਪਰ ਸਭ ਖਾਲੀ ਹੱਥੀਂ ਗਏ ਨੇ। ਇੱਕ ਵੀ ਬੰਦਾ ਇਹੋ ਜਿਹਾ ਨਹੀਂ ਵੇਖਿਆ ਜਿਹੜਾ ਆਪਣੇ ਨਾਲ ਕੁਛ ਲੈ ਜਾ ਰਿਹਾ ਹੋਵੇ। ਸਗੋਂ ਇੱਥੋਂ ਤੱਕ ਕਿ ਜਦੋਂ ਸਾਡਾ ਜਨਮ ਹੁੰਦਾ ਹੈ, ਸਾਨੂੰ ਇੱਕ ਸਰੀਰ ਮਿਲਦਾ ਹੈ ਜਿਹੜਾ ਬੜਾ ਅਨਮੋਲ ਹੈ, ਲੇਕਿਨ ਜਦੋਂ ਜਾਂਦੇ ਹਾਂ ਉਦੋਂ ਇਹ ਸਰੀਰ ਵੀ ਨਾਲ ਨਹੀਂ ਹੁੰਦਾ। ਪਤਾ ਨਹੀਂ ਕਿਹੜੀ ਚੀਜ਼ ਹੈ ਜਿਹੜੀ ਇਹਦੇ ਵਿੱਚੋਂ ਚਲੀ ਜਾਂਦੀ ਹੈ ਕਿਤੇ, ਇਹ ਸਰੀਰ ਫਿਰ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਂਦਾ। ਸੋ ਜੀ ਆਪਾਂ ਯਤਨ ਕਰੀਏ ਆਪਣੇ ਇਸੇ ਜੀਵਨ ਵਿੱਚ ਕੁਝ ਚੰਗਾ ਕਰ ਲਈਏ, ਕੁਝ ਪ੍ਰਭੂ ਦੀ ਭਗਤੀ ਕਰ ਲਈਏ, ਕੁਝ ਨਾਮ ਦਾ ਸਿਮਰਨ ਕਰ ਲਈਏ, ਤਾਂ ਜੋ ਅਸੀਂ ਆਪਣੇ ਨਾਲ ਕੁਝ ਲਿਜਾ ਸਕੀਏ। ਸੱਚ ਵਪਾਰ ਕਰੋ ਵਪਾਰੀ, ਦਰਗਾ ਨਿਭੈ ਖੇਪ ਤੁਮਾਰੀ। ਕੁਝ ਸੱਚ ਸਾਡੇ ਪੱਲੇ ਹੋਏਗਾ, ਸੱਚ ਤੋਂ ਭਾਵੇ ਪ੍ਰਭੂ ਦਾ ਨਾਮ। ਜੇ ਉਹ ਸਾਡੇ ਪੱਲੇ ਹੋਏਗਾ ਤੇ ਅਸੀਂ ਉਸ ਨੂੰ ਨਾਲ ਲੈ ਕੇ ਚੱਲਾਂਗੇ, ਉਹ ਸਾਡੇ ਰਸਤੇ ਦਾ, ਸਾਡੇ ਜੀਵਨ ਦਾ, ਸਾਡੀ ਆਤਮਾ ਦਾ ਉਹ ਸਹਾਰਾ ਬਣੇਗਾ। ਜੇ ਅਸੀਂ ਇਹ ਕੰਮ ਨਾ ਕਰ ਪਾਏ ਤੇ ਫਿਰ ਤੇ ਭਾਈ ਬਹੁਤ ਦੁਨੀਆ, ਫਰੀਦ ਸਾਹਿਬ ਆਖਦੇ ਨੇ, ਮੈਂ ਵੇਖੀ ਇਹਨਾਂ ਅੱਖਾਂ ਨਾਲ ਚਲੀ ਗਈ ਇਸ ਸੰਸਾਰ ਤੋਂ। ਫਿਰ ਆਖਦੇ ਨੇ ਫਰੀਦਾ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਲੋਕੀ ਆਪੋ ਆਪਣੇ ਬਾਰੇ ਸੋਚਦੇ ਨੇ ਤੇ ਮੈਂ ਆਪਣੇ ਬਾਰੇ ਸੋਚਦਾ। ਲੋਕੀ ਕੀ ਸੋਚਦੇ ਨੇ ਤੇ ਆਪਾਂ ਨੂੰ ਪਤਾ ਹੀ ਹੈ, ਕਿਉਂਕਿ ਆਪਾਂ ਵੀ ਤੇ ਉਹ ਕੁਝ ਹੀ ਸੋਚਦੇ ਹਾਂ। ਕੀ ਸੋਚਦੇ ਹਾਂ? ਘਰ ਹੋਵੇ, ਬੱਚੇ ਹੋਣ, ਪਰਿਵਾਰ ਹੋਵੇ, ਵਿਆਹ ਹੋਵੇ, ਮਾਇਆ ਹੋਵੇ, ਰਿਸ਼ਤੇਦਾਰ ਹੋਣ, ਦੁਨੀਆ ਵਿੱਚ ਮਾਣ ਸਨਮਾਨ ਹੋਵੇ, ਮੇਰਾ ਚੰਗਾ ਨਾਮਣਾ ਹੋਵੇ ਸੰਸਾਰ ਵਿੱਚ। ਇਹੋ ਕੁਝ ਹੀ ਆਪਾਂ ਸਾਰੇ ਲੋਕ ਸੋਚਦੇ ਹਾਂ ਤੇ ਜਿਹੜੀ ਬਾਕੀ ਦੁਨੀਆ ਉਹ ਵੀ ਇਹੋ ਕੁਝ ਹੀ ਸੋਚਦੀ ਏ। ਲੇਕਿਨ ਫਰੀਦ ਸਾਹਿਬ ਆਖਦੇ ਨੇ, ਮੈਂ ਆਪਣੀ ਪਈ, ਮੈਨੂੰ ਆਪਣੀ ਸੋਚ ਲੱਗੀ ਹੋਈ ਏ। ਲੋਕਾਂ ਨੂੰ ਤੇ ਇਹ ਸੋਚ ਹੈ ਮੋਹ ਮਮਤਾ ਦੀ, ਮਾਇਆ ਦੀ, ਇਸ ਜੰਜਾਲ ਜਿਹੜੇ ਅਸੀਂ ਗਲ ਪਾਏ ਨੇ। ਲੇਕਿਨ ਫਰੀਦ ਸਾਹਿਬ ਆਖਦੇ ਨੇ, ਮੈਨੂੰ ਵੀ ਇੱਕ ਸੋਚ ਲੱਗੀ ਏ। ਉਹ ਸੋਚ ਕੀ ਏ? ਉਹਨਾਂ ਨੇ ਨਾ ਪਿਛਲੇ ਸਲੋਕਾਂ ਵਿੱਚ ਆਪਾਂ ਨੂੰ ਸਮਝਾਈ ਜੋ ਉਹਨਾਂ ਦੀ ਸੋਚ ਏ। ਉਹਨਾਂ ਦੀ ਸੋਚ ਸੀ, ਕਾਗਾ ਕੁਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਪਿਰ ਦੇਖਣ ਦੀ ਆਸ। ਉਹਨਾਂ ਨੂੰ ਆਹ ਪਈ ਏ ਕਿ ਮੈਨੂੰ ਮੇਰੇ ਮਾਲਕ ਦਾ ਦਰਸ਼ਨ ਹੋ ਜਾਏ। ਕਦੋਂ ਹੋਵੇਗਾ, ਕਿਵੇਂ ਹੋਵੇਗਾ, ਬਸ ਉਹਨਾਂ ਦੀ ਇਹੋ ਹੀ ਸੋਚ ਹਰ ਵਕਤ ਬਣੀ ਰਹਿੰਦੀ ਏ। ਕਿਉਂਕਿ ਉਹਨਾਂ ਨੂੰ ਸਮਝ ਆ ਗਈ ਏ, ਇਹਨਾਂ ਅੱਖਾਂ ਨਾਲ ਵੇਖ ਲਿਆ ਵੱਡੇ ਵੱਡੇ ਲੋਕ, ਵੱਡੇ ਵੱਡੇ ਅਮੀਰ, ਅਮੀਰ ਹੀ ਨਹੀਂ, ਰਾਜੇ ਤੇ ਰਾਣੇ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਸਨ, ਸਭ ਚਲੇ ਗਏ, ਸਭ ਖਾਲੀ ਹੱਥੀਂ ਗਏ। ਤੁਹਾਨੂੰ ਪਤਾ ਹੀ ਹੋਣਾ, ਕਾਰੂ ਬਾਦਸ਼ਾਹ ਵਰਗੇ ਜਿਨ੍ਹਾਂ ਨੇ ਉਸ ਵਕਤ 40 ਗੰਜ ਕਹਿੰਦੇ ਨੇ ਮਾਇਆ ਜੋੜੀ ਹੋਈ ਸੀ। ਉਹ ਬਾਦਸ਼ਾਹ ਸੀ, ਸਾਰੇ ਆਪਣੇ ਰਾਜ ਭਾਗ, ਜਿੱਥੋਂ ਤੱਕ ਉਹਦੀ ਰਾਜ ਦੀ ਹੱਦ ਸੀ, ਉਹਨੇ ਇੱਕ ਹੁਕਮ ਜਾਰੀ ਕੀਤਾ ਵੀ ਜਿਹਦੇ ਕੋਲ ਜੋ ਵੀ ਮਾਇਆ, ਸਿੱਕਾ, ਚਾਂਦੀ, ਸੋਨਾ ਹੈ ਉਹ ਮੇਰੇ ਕੋਲ ਜਮ੍ਹਾਂ ਕਰਾ ਦਿਓ। ਬਾਦਸ਼ਾਹ ਤੋਂ ਡਰਦਿਆਂ ਲੋਕਾਂ ਨੇ ਸਭ ਕੁਝ ਜਮ੍ਹਾਂ ਕਰਵਾ ਦਿੱਤਾ ਉਹਦੇ ਕੋਲ। ਕੁਝ ਸਮਾਂ ਲੰਘਿਆ ਤੇ ਇੱਕ ਬੰਦੇ ਨੇ ਇੱਕ ਚਾਂਦੀ ਦਾ ਸਿੱਕਾ ਉਹ ਲਿਆ ਕੇ ਰਾਜੇ ਨੂੰ ਭੇਟ ਕੀਤਾ, ਉਹਨੂੰ ਮੱਥਾ ਟੇਕਿਆ ਤੇ ਉਹ ਕਹਿੰਦਾ ਵੀ ਆਹ ਸਿੱਕਾ ਤੂੰ ਕਿੱਥੋਂ ਲਿਆਇਆ ਹੈ? ਮੈਨੂੰ ਤੇ ਬੜਾ ਚਿਰ ਹੋ ਗਿਆ, ਹੁਕਮ ਕੀਤਾ ਸੀ ਤੇ ਸਾਰੇ ਮੇਰੇ ਰਾਜ ਦੇ ਅੰਦਰ ਜਿੰਨੇ ਲੋਕ ਵੱਸਦੇ ਨੇ ਉਹਨਾਂ ਨੇ ਸਾਰੀ ਮਾਇਆ ਜਮ੍ਹਾਂ ਕਰਾਤੀ ਸੀ, ਤੂੰ ਇਹ ਸਿੱਕਾ ਕਿੱਥੋਂ ਅੱਜ ਲਿਆਇਆ? ਉਹਨੇ ਆਖਿਆ, ਮੈਂ ਸਿੱਕਾ ਲਿਆਇਆ ਕਬਰਾਂ ਚੋਂ, ਮੜੀਆਂ ਚੋਂ।
ਕਹਿੰਦਾ ਉੱਥੇ ਸਿੱਕੇ ਤੈਨੂੰ ਕਿਵੇਂ ਮਿਲ ਗਏ? ਉਸ ਭਾਈ ਨੇ ਦੱਸਿਆ ਵੀ ਮੈਨੂੰ ਪਤਾ ਸੀ ਕਿ ਜਦੋਂ ਕੋਈ ਮੁਸਲਮਾਨ ਭਰਾ ਮਰਦਾ ਹੈ ਤੇ ਉਹਨੂੰ ਇੱਥੇ ਜ਼ਮੀਨ ਵਿੱਚ ਦੱਬ ਦਿੰਦੇ ਨੇ ਤੇ ਉਹਦੇ ਮੂੰਹ ਵਿੱਚ ਇੱਕ ਚਾਂਦੀ ਦਾ ਸਿੱਕਾ ਪਾ ਕੇ ਦੱਬਦੇ ਨੇ। ਤੇ ਲੋਕ ਇਸ ਤਰ੍ਹਾਂ ਮੰਨਦੇ ਨੇ ਅੱਗੇ ਰਾਹ ਦਾ ਖਰਚਾ ਹੈ। ਇਸ ਤਰ੍ਹਾਂ ਸਾਡੀ ਸੋਚ ਹੈ ਸਭਨਾਂ ਦੀ। ਅਸੀਂ ਪਿੱਛੋਂ ਘੱਲਦੇ ਰਹਿੰਦੇ ਹਾਂ, ਇੱਥੇ ਲਿਆ ਕੇ ਜੁੱਤੀਆਂ ਰੱਖੀ ਜਾਂਦੇ ਨੇ ਲੋਕ, ਕੱਪੜੇ ਰੱਖੀ ਜਾਂਦੇ ਨੇ, ਇੰਨੀ ਕੁ ਦਾਲ ਪਾ ਕੇ, ਇੰਨਾ ਕੁ ਆਟਾ ਪਾ ਕੇ, ਲੂਣ ਮਿਰਚਾਂ ਪਾ ਕੇ, ਇੱਕ ਛਤਰੀ ਛੋਟੀ ਜੀ, ਇੱਕ ਘੜੀ ਵੀ ਰਾਹ 'ਚ ਟਾਈਮ ਵੇਖ ਲੇਗਾ, ਮੀਂਹ ਆਏਗਾ ਤੇ ਉੱਤੇ ਛਤਰੀ ਲੈ ਲੇਗਾ। ਸਾਨੂੰ ਇੰਨੀ ਵੀ ਸਮਝ ਨਹੀਂ ਆਉਂਦੀ ਕਿ ਅਸੀਂ ਆਪਣੇ ਹੱਥੀਂ ਸੰਸਕਾਰ ਕਰ ਚੁੱਕੇ ਹਾਂ ਉਸ ਬੰਦੇ ਦਾ। ਹੁਣ ਕਿਹਦੇ ਲਈ ਆ ਸਾਜੋ ਸਮਾਨ ਭੇਜਨੇ ਆ ਪਏ? ਕੀ ਉਸ ਨੂੰ ਮਿਲੇਗਾ? ਇਸੇ ਤਰ੍ਹਾਂ ਹੀ ਉਹ ਲੋਕ ਵੀ ਨਾ ਉਹ ਚਾਂਦੀ ਦਾ ਸਿੱਕਾ ਮੂੰਹ 'ਚ ਪਾ ਕੇ ਦੱਬਿਆ ਕਰਦੇ ਸਨ ਵੀ ਇਹ ਰਾਹ ਦਾ ਖਰਚਾ ਹੈ ਉਹਦੇ ਕੋਲ। ਉਹ ਕਹਿੰਦਾ ਭਾਈ ਜਿਹੜਾ ਲਿਆਇਆ ਸੀ ਉਹਨੇ ਆਖਿਆ ਮੈਂ ਵੇਖਿਆ ਸੀ ਉਹਨਾਂ ਦੱਬਿਆ ਰੁਪਈਆ ਪਾ ਕੇ ਤੇ ਮੈਂ ਉੱਥੋਂ ਕੱਢ ਕੇ ਲਿਆਇਆ ਵੀ ਬਾਦਸ਼ਾਹ ਨੂੰ ਮੱਥਾ ਟੇਕਾਂਗਾ। ਬਾਦਸ਼ਾਹ ਨੇ ਹੁਕਮ ਕੀਤਾ ਜਿੰਨੀਆਂ ਕਬਰਾਂ ਸਾਰੀਆਂ ਪੁੱਟ ਕੇ ਤੇ ਸਭ ਲੋਕਾਂ ਦੇ ਮੂੰਹਾਂ 'ਚ ਰੁਪਈਏ ਕੱਢ ਲਿਆਓ। ਇਸ ਤਰ੍ਹਾਂ ਉਹਨੇ ਮਾਇਆ ਇਕੱਠੀ ਕੀਤੀ ਸੀ। ਕਹਿਣ ਤੋਂ ਭਾਵ ਹੈ ਕਿ ਹਰ ਤਰ੍ਹਾਂ ਦਾ ਜ਼ੁਲਮ ਇਹ ਲੋਕ ਕਰਦੇ ਨੇ ਜਿਹੜੇ ਬਾਦਸ਼ਾਹ ਰਾਜੇ ਲੋਕ ਹੁੰਦੇ ਨੇ। ਅੱਜ ਵਾਲੇ ਵੀ, ਅੱਜ ਕੋਈ ਨਵੀਂ ਗੱਲ ਨਹੀਂ। ਲੇਕਿਨ ਜਦੋਂ ਉਹ ਗਿਆ ਉਹਦੇ ਹੱਥ ਖਾਲੀ ਸਨ, ਉਹਦੇ ਕੋਲ ਇੱਕ ਵੀ ਦਮੜਾ ਨਹੀਂ ਸੀ। ਬਾਦਸ਼ਾਹ ਸਿਕੰਦਰ ਜਦੋਂ ਗਿਆ ਸੀ ਉਹਨੇ ਆਖਿਆ ਸੀ ਜਿਹੜਾ ਕਫਨ ਹੁੰਦਾ ਹੈ ਨਾ ਵੀ ਮੇਰੇ ਦੋਵੇਂ ਹੱਥ ਇਸ ਤਰ੍ਹਾਂ ਕਫਨ ਤੋਂ ਬਾਹਰ ਰੱਖੇ ਜਾਣ ਜਦੋਂ ਮੈਨੂੰ ਚੁੱਕ ਕੇ ਲਿਜਾਓਗੇ ਦੱਬਣ ਵਾਸਤੇ। ਲੋਕਾਂ ਪੁੱਛਿਆ ਇਸ ਤਰ੍ਹਾਂ ਕਿਉਂ? ਅੱਜ ਤੱਕ ਤੇ ਕੋਈ ਵੀ ਇਸ ਤਰ੍ਹਾਂ ਨਹੀਂ ਗਿਆ, ਸਭਨਾਂ ਦੇ ਹੱਥ ਕਫਨ ਦੇ ਅੰਦਰ ਹੁੰਦੇ ਨੇ। ਉਹਨੇ ਆਖਿਆ ਸੀ ਇਹ ਲੋਕੀ ਵੇਖ ਲੈਣ ਕਿ ਮੈਂ ਕਿਸ ਤਰ੍ਹਾਂ ਮਾਇਆ ਇਕੱਠੀ ਕੀਤੀ, ਮੈਂ ਕਿਵੇਂ ਚਾਹ ਰਿਹਾ ਸਾਂ ਕਿ ਪੂਰੀ ਦੁਨੀਆ ਉੱਤੇ ਮੈਂ ਰਾਜ ਕਰਨਾ ਹੈ, ਕਿੰਨੀ ਮੈਂ ਕਤਲੇਆਮ ਕੀਤੀ, ਮੈਂ ਕਿੰਨਿਆਂ ਲੋਕਾਂ ਨੂੰ ਮਾਰਿਆ, ਮੈਂ ਕਿੰਨਿਆਂ ਲੋਕਾਂ ਦੇ ਘਰ ਸਾੜੇ, ਤੇ ਜੇ ਹੁਣ ਚੱਲਿਆ ਤੇ ਮੈਂ ਖਾਲੀ ਹੱਥੀਂ ਆਂ। ਲੋਕੀ ਵੇਖ ਲੈਣ ਕਿ ਸ਼ਾਹ ਸਿਕੰਦਰ ਵੀ ਖਾਲੀ ਹੱਥੀਂ ਇੱਥੋਂ ਜਾਂਦਾ, ਕੁਝ ਨਹੀਂ ਨਾਲ ਲੈ ਕੇ ਜਾਂਦਾ। ਇਹ ਲੋਕਾਂ ਨੂੰ ਪਈ। ਫਰੀਦ ਜੀ ਆਂਦੇ ਨੇ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਮੈਨੂੰ ਇਹ ਬਣਿਆ ਹੋਇਆ ਹੈ ਕਿ ਮੇਰੇ ਜੀਵਨ ਦਾ ਮਕਸਦ ਕਦੋਂ ਪੂਰਾ ਹੋਣਾ ਹੈ। ਤੇ ਜੀਵਨ ਦਾ ਮਕਸਦ ਆਪਾਂ ਸਮਝ ਲਿਆ। ਫਿਰ ਦੇਖਣ ਕੀ ਆਸ ਵੀ ਮੇਰੀ ਇਹ ਆਸ ਕਦੋਂ ਪੂਰੀ ਹੋਣੀ ਹੈ। ਜੇ ਪੂਰੀ ਹੋਈ ਇਸ ਜਨਮ ਵਿੱਚ ਤੇ ਭਲਾ, ਜੇ ਮੈਂ ਨਾ ਕਰ ਪਾਇਆ ਤੇ ਫਿਰ ਉਹੋ ਹੀ ਗੇੜ ਪੈ ਜਾਣਾ ਹੈ, ਉਸੇ ਸਰਕਲ ਵਿੱਚ ਫਿਰ ਘੁੰਮਣਾ ਪੈਣਾ ਹੈ ਤੇ ਪਤਾ ਨਹੀਂ ਕਿੰਨਾ ਚਿਰ। ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਸੋ ਹੁਣ ਸਾਰੇ ਜਣੇ ਨਾ ਆਪਾਂ ਜਿੰਨੇ ਕਿ ਇੱਥੇ ਬੈਠੇ ਹਾਂ ਸੰਗਤ ਵਿੱਚ, ਆਪਣੇ ਆਪਣੇ ਅੰਦਰ ਵੇਖਣਾ, ਮੈਂ ਵੀ ਤੇ ਤੁਸੀਂ ਵੀ, ਕਿ ਸਾਨੂੰ ਕਾਹਦੀ ਪਈ ਏ। ਅਸੀਂ ਕੀ ਸੋਚਨੇ ਆ ਰਾਤ ਦਿਨ, ਸਾਨੂੰ ਕੀ ਚਾਹੀਦਾ ਦੁਨੀਆ ਵਿੱਚ। ਸੱਚਮੁੱਚ ਹੀ ਜੇ ਤੇ ਪ੍ਰਭੂ ਮਿਲਣ ਦੀ ਆਸ ਏ ਤੇ ਤੁਹਾਡਾ ਜੀਵਨ ਜ਼ਰੂਰ ਸਫਲ ਹੋ ਜਾਏਗਾ। ਤੇ ਜੇ ਮਾਇਆ ਦੀ ਆਸ ਰੱਖ ਕੇ ਜਿਉਂਦੇ ਰਹੇ ਤੇ ਮਾਇਆ ਦੀ ਆਸ ਦੇ ਵਿੱਚ ਹੀ ਮਰ ਗਏ ਤੇ ਸਮਝਿਆ ਜੀ ਅਸੀਂ ਜੀਵਨ ਦੇ ਜਿੰਨੇ ਵੀ ਸਾਲ ਨੇ ਸਾਡੇ, ਭਾਵੇਂ 100 ਸਾਲ ਹੀ ਕਿਉਂ ਨਾ ਹੋਵੇ, ਅਸੀਂ ਉਹ ਵਿਅਰਥ ਗਵਾ ਲਿਆ ਤੇ ਸਾਡੇ ਹੱਥ ਹੁਣ ਖਾਲੀ ਨੇ ਤੇ ਚੱਲੇ ਜੁਆਰੀ ਦੋਏ ਹੱਥ ਚਾਰ। ਸੋ ਦੋਵੇਂ ਹੱਥ ਖਾਲੀ ਝਾੜ ਕੇ ਹੀ ਜਾਣਾ ਪਏਗਾ। ਸ਼ਲੋਕ ਨੰਬਰ 95 ਵਿੱਚ ਫਰੀਦ ਸਾਹਿਬ ਨੇ ਬੜੀ ਸੋਹਣੀ ਗੱਲਾਂ ਤੇ ਸਾਰੀਆਂ ਫਰੀਦ ਜੀ ਦੀਆਂ, ਸਾਰਿਆਂ ਗੁਰੂਆਂ ਦੀਆਂ ਸੋਹਣੀਆਂ ਨੇ, ਪਰ ਅਗਲੀ ਗੱਲ ਕਿੰਨੀ ਪਤੇ ਦੀ ਏ। ਉਹ ਕਹਿੰਦੇ ਨੇ ਜਦੋਂ ਮੈਂ ਰੱਬ ਦੇ ਨਾਲ ਇਹੋ ਜਿਹੀਆਂ ਗੱਲਾਂ ਕੀਤੀਆਂ ਵੀ ਪ੍ਰਮਾਤਮਾ ਮੈਨੂੰ ਤੇ ਆਪਣੀ ਪਈ ਏ ਕਿ ਤੂੰ ਮੈਨੂੰ ਦਰਸ਼ਨ ਕਦੋਂ ਦੇਵੇਂਗਾ, ਕਦੋਂ ਇਹ ਮੇਰਾ ਜਨਮ ਸਫਲ ਹੋ ਜਾਏਗਾ।
ਕਦੋਂ ਮੇਰਾ ਮਕਸਦ ਜ਼ਿੰਦਗੀ ਦਾ ਪੂਰਾ ਹੋ ਜਾਏਗਾ। ਤੇ ਫਰੀਦ ਜੀ ਕਹਿੰਦੇ ਨੇ ਅੱਗੋਂ ਰੱਬ ਨੇ ਮੈਨੂੰ ਜਵਾਬ ਦਿੱਤਾ। ਵੇਖੋ ਅਸੀਂ ਨਾ ਸਵਾਲ ਕਈ ਵਾਰੀ ਕਰਦੇ ਹੁੰਦੇ ਆ, ਵੈਸੇ ਗੁਰਬਾਣੀ ਤੇ ਗੁਰਮਤਿ ਮੰਨਦੀ ਹੈ ਕਿ ਪ੍ਰਮਾਤਮਾ ਦਾ ਕੋਈ ਆਕਾਰ ਨਹੀਂ, ਲੇਕਿਨ ਇਹ ਸਾਰੇ ਆਕਾਰ ਵੀ ਤੇ ਉਹਦੇ ਹੀ ਨੇ। ਇਹ ਵੀ ਤੇ ਗੁਰਮਤਿ ਹੀ ਮੰਨਦੀ ਹੈ ਇਹ ਜਿੰਨੇ ਆਕਾਰ ਨੇ, ਜਿੰਨੇ ਸਰੀਰ ਨੇ, ਇਹ ਸਾਰੇ ਉਹਦੇ ਹੀ ਨੇ। ਹੁਣ ਫਰੀਦ ਸਾਹਿਬ ਆਖਦੇ ਨੇ ਮੈਨੂੰ ਰੱਬ ਨੇ ਜਵਾਬ ਦਿੱਤਾ, ਮੇਰੇ ਨਾਲ ਗੱਲ ਕੀਤੀ ਉਹਨੇ ਵੀ ਜਿਹੜੀ ਆਸ ਤੈਨੂੰ ਹੈ, ਤੈਨੂੰ ਆਪਣੀ ਪਈ, ਤੂੰ ਮੈਨੂੰ ਕਹਿਣਾ ਹੈ, ਤੇ ਉਹ ਤੇ ਬੜਾ ਆਸਾਨ ਤਰੀਕਾ ਹੈ ਮੈਨੂੰ ਮਿਲਣ ਦਾ, ਤੇ ਤੂੰ ਉਹ ਕਰ ਲਾ, ਮੈਂ ਤੈਨੂੰ ਮਿਲ ਪਵਾਂਗਾ। ਫਰੀਦ ਜੀ ਨੇ ਪੁੱਛਿਆ ਉਹ ਕਿਹੜਾ ਤਰੀਕਾ ਹੈ ਰੱਬ ਜੀ, ਮੈਨੂੰ ਦੱਸ ਦਿਓ। ਰੱਬ ਜੀ ਨੇ ਆਖਿਆ ਆਪ ਸਵਾਰ ਹੈ ਮੈਂ ਮਿਲ ਹੈ। ਜੇ ਤੂੰ ਆਪਣੇ ਆਪ ਨੂੰ ਸੰਵਾਰ ਲਵੇਂ ਤੇ ਤੈਨੂੰ ਮੈਂ ਮਿਲ ਪਵਾਂਗਾ। ਮੈਂ ਮਿਲ ਹੈ ਤੋਂ ਭਾਵੇਂ ਤੂੰ ਮੈਨੂੰ ਮਿਲ ਪਵੇਂਗਾ। ਹੁਣ ਆਪਣੇ ਆਪ ਨੂੰ ਸਵਾਰਨਾ। ਸਵਾਰਨ ਤੋਂ ਭਾਵੇਂ ਨਹੀਂ ਕਿ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ ਹਾਰ ਸ਼ਿੰਗਾਰ ਪਾ ਕੇ ਬਹਿ ਜਾਈਏ ਤੇ ਉਹ ਰੱਬ ਮਿਲੇਗਾ, ਐਸਾ ਨਹੀਂ। ਆਪਣੇ ਅੰਦਰ ਗੁਣ ਪੈਦਾ ਕਰਨੇ ਨੇ, ਆਪਣੇ ਅੰਦਰ ਨੂੰ ਸਾਫ਼ ਕਰਨਾ। ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਆਪਣੀ ਨੀਅਤ ਨੂੰ ਰਾਸ ਕਰਨਾ, ਇਹ ਹੈ ਆਪਣੇ ਆਪ ਨੂੰ ਸੰਵਾਰਨਾ। ਅੰਦਰ ਸ਼ੁਭ ਗੁਣ ਪੈਦਾ ਕਰਨੇ, ਔਗਣਾਂ ਦਾ ਤਿਆਗ ਕਰਨਾ। ਅਸੀਂ ਕਰ ਕੀ ਰਹੇ ਹਾਂ ਸਾਰਾ ਦਿਨ? ਤੁਸੀਂ ਵੇਖਣਾ ਸੱਚੀ ਆਪਣੇ ਅੰਦਰ ਆਪਾਂ ਆਪਣੇ ਆਪ ਦਾ ਨਿਰੀਖਣ ਕਰਿਆ ਕਰੀਏ ਸ਼ਾਮ ਨੂੰ, ਹਰ ਰੋਜ਼ ਸ਼ਾਮ ਨੂੰ, ਕਿ ਮੈਂ ਸਾਰਾ ਦਿਨ ਭਲਾ ਅੱਜ ਕੀ ਕੀਤਾ ਹੈ। ਤੇ ਆਪਾਂ ਪਾਵਾਂਗੇ ਕਿੰਨਿਆਂ ਲੋਕਾਂ ਦੀ ਨਿੰਦਿਆ ਕੀਤੀ, ਕਿੰਨਿਆਂ ਲੋਕਾਂ ਬਾਰੇ ਮਾੜਾ ਚੰਗਾ ਸੋਚਿਆ, ਕੀ ਕੁਝ ਅਸੀਂ ਸਾਰੀ ਦਿਹਾੜੀ 'ਚ ਕੀ ਕੁਝ ਕਰਦੇ ਹਾਂ। ਸੋ ਉਹ ਆਪਾਂ ਜਦੋਂ ਵੇਖਣਾ ਸ਼ੁਰੂ ਕਰਾਂਗੇ ਤੇ ਫਿਰ ਅਸੀਂ ਆਪਣੇ ਅੰਦਰੋਂ ਔਗਣਾਂ ਦਾ ਤਿਆਗ ਕਰਨਾ ਸ਼ੁਰੂ ਕਰ ਦਿਆਂਗੇ, ਤੇ ਫਿਰ ਸਾਡੇ ਅੰਦਰ ਔਗਣਾਂ ਦੀ ਥਾਂ ਗੁਣ ਆਣੇ ਸ਼ੁਰੂ ਹੋ ਜਾਣਗੇ। ਦੋ ਚੀਜ਼ਾਂ ਨੇ ਜੀ ਕਰਨ ਵਾਲੀਆਂ, ਚਾਹੇ ਤੇ ਔਗਣ ਕੱਢੋ ਆਪਣੇ ਅੰਦਰੋਂ ਤੇ ਚਾਹੇ ਆਪਣੇ ਅੰਦਰ ਗੁਣ ਪੈਦਾ ਕਰੋ। ਇਹਨਾਂ ਦੋਵਾਂ 'ਚੋਂ ਇੱਕ ਕੰਮ ਕਰ ਲਓ ਜਿਹੜਾ ਵੀ ਕਰਨਾ ਚਾਹੋ, ਔਰ ਇੱਕ ਕਰਨ ਦੇ ਨਾਲ ਦੋਵੇਂ ਆਪਣੇ ਆਪ ਹੋ ਜਾਣੇ ਨੇ। ਤੁਸੀਂ ਆਪਣੇ ਅੰਦਰੋਂ ਔਗਣ ਕੱਢਣੇ ਸ਼ੁਰੂ ਕਰੋ ਤੇ ਜਿਹੜਾ ਵੀ ਔਗਣ ਕੱਢੋਗੇ ਉਹਦੀ ਜਗ੍ਹਾ ਜਿਹੜਾ ਗੁਣ ਹੁੰਦਾ ਉਹ ਆਪਣੇ ਆਪ ਅੰਦਰ ਆ ਜਾਏਗਾ। ਜੇ ਤੁਸੀਂ ਅੰਦਰੋਂ ਲੋਭ ਕੱਢ ਦਿਓ, ਜਿਵੇਂ ਹੀ ਲੋਭ ਸਾਡੇ ਅੰਦਰੋਂ ਨਿਕਲੇਗਾ ਤੇ ਸਾਡੇ ਅੰਦਰ ਸੰਤੋਖ ਆ ਜਾਏਗਾ, ਆਪਣੇ ਆਪ ਆਏਗਾ, ਉਹ ਲਿਆਉਣਾ ਨਹੀਂ ਪਏਗਾ। ਤੇ ਜਾਂ ਦੂਜੀ ਤਰ੍ਹਾਂ ਕਰ ਲਵੋ ਵੀ ਆਪਣੇ ਅੰਦਰ ਸੰਤੋਖ ਪੈਦਾ ਕਰ ਲਓ ਤੇ ਲੋਭ ਆਪਣੇ ਆਪ ਨਿਕਲ ਜਾਏਗਾ, ਉਹਨੂੰ ਕੱਢਣ ਦੀ ਲੋੜ ਨਹੀਂ। ਫਿਰ ਸੋ ਦੋਹਾਂ ਚੀਜ਼ਾਂ 'ਚੋਂ ਜਿਹੜੀ ਤੁਹਾਨੂੰ ਚੰਗੀ ਲੱਗੇ ਤੁਸੀਂ ਉਹ ਹੀ ਕਰੋ, ਪਰ ਕਰੋ ਜ਼ਰੂਰ। ਇਹ ਹੈ ਆਪ ਸਵਾਰ ਹੈ ਮੈਂ ਮਿਲ ਹੈ। ਫਰੀਦਾ, ਜੇ ਤੂੰ ਆਪਣੇ ਆਪ ਨੂੰ ਸਵਾਰ ਲਏਗਾ, ਆਪਣੇ ਅੰਦਰ ਇਹ ਸ਼ੁਭ ਗੁਣ ਪੈਦਾ ਕਰ ਲਏਗਾ, ਕਿਉਂਕਿ ਵਿਨ ਗੁਣ ਕੀਤੇ ਭਗਤ ਨਾ ਹੋਏ। ਇਹਨਾਂ ਸ਼ੁਭ ਗੁਣਾਂ ਤੋਂ ਬਿਨਾਂ ਰੱਬ ਦੀ ਭਗਤੀ ਨਹੀਂ ਹੁੰਦੀ। ਉਂਝ ਆਪਾਂ ਮੂੰਹੋਂ ਜੋ ਮਰਜ਼ੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜਿੰਨਾ ਮਰਜ਼ੀ ਜਪਜੀ ਪੜੀ ਜਾਈਏ, ਤੇ ਜੇ ਅੰਦਰ ਗੁਣ ਪੈਦਾ ਨਾ ਹੋਏ ਤੇ ਉਹ ਬਸ ਸਾਡਾ ਸਭ ਕੁਝ ਬੋਲਿਆ ਹਵਾ 'ਚ ਹੀ ਚਲਾ ਜਾਣਾ, ਉਹਦਾ ਕੁਝ ਵੀ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਹੋਣਾ। ਤੇ ਜੇ ਅਸੀਂ ਮਨ ਲਾ ਕੇ ਸੁਰਤ ਜੋੜ ਕੇ ਵਾਹਿਗੁਰੂ ਜਪੀਏ ਤੇ ਨਾਲ ਦੀ ਨਾਲ ਆਪਣੇ ਅੰਦਰ ਚੰਗੇ ਗੁਣ ਪੈਦਾ ਕਰੀਏ, ਔਗਣਾਂ ਦਾ ਤਿਆਗ ਕਰੀਏ, ਤੇ ਸਾਡਾ ਆਪਣਾ ਆਪ ਸੰਵਰ ਜਾਏਗਾ। ਤੇ ਰੱਬ ਜੀ ਨੇ ਆਖਿਆ, ਹੇ ਫਰੀਦ ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੈਨੂੰ ਮਿਲ ਪਵੇਂ ਇਸ ਤਰ੍ਹਾਂ ਆਪਣੇ ਆਪ ਨੂੰ ਸੰਵਾਰ ਕੇ, ਆਪਣੀ ਨੀਅਤ ਸਾਫ਼ ਕਰਕੇ, ਤੇ ਫਿਰ ਤੈਨੂੰ ਸਦਾ ਸਦਾ ਲਈ ਆਤਮਿਕ ਸੁਖ ਮਿਲ ਜਾਏਗਾ। ਆਪਾਂ ਸਾਰੇ ਚਾਹ ਕੀ ਰਹੇ ਹਾਂ? ਸੁਖ, ਹੋਰ ਤੇ ਕੁਝ ਵੀ ਨਹੀਂ। ਜਿਵੇਂ ਕਿਵੇਂ ਅਸੀਂ ਜੋ ਕੁਝ ਵੀ ਕਰਨੇ ਆ ਪਏ, ਉਹਦੇ ਪਿੱਛੇ ਲੁਕੀ ਛਿਪੀ ਸਾਡੀ ਭਾਵਨਾ ਇਹੋ ਹੀ ਹੈ ਕਿ ਸਾਨੂੰ ਸੁੱਖ ਮਿਲੇ। ਅਸੀਂ ਪਰਿਵਾਰ ਵਧਾ ਲੈਂਦੇ ਹਾਂ ਕਾਹਦੇ ਲਈ?
ਕਿ ਜਦੋਂ ਅਸੀਂ ਬੁੱਢੇ ਹੋ ਜਾਵਾਂਗੇ ਸਾਡੇ ਬੱਚੇ ਸਾਨੂੰ ਸੁੱਖ ਦੇਣਗੇ। ਮਾਇਆ ਕਮਾਉਣ ਲਈ ਅਸੀਂ ਸਾਰੀ ਜ਼ਿੰਦਗੀ ਲਗਾ ਦਿੰਦੇ ਹਾਂ। ਕਾਹਦੇ ਲਈ? ਵੀ ਬੁਢੇਪੇ ਵਿੱਚ ਸਾਨੂੰ ਸੁੱਖ ਮਿਲੇਗਾ। ਚੰਗੀਆਂ ਗੱਡੀਆਂ ਮੋਟਰਾਂ ਖਰੀਦ ਲਈਏ ਸਾਨੂੰ ਸੁੱਖ ਮਿਲੇਗਾ। ਚੰਗੇ ਘਰ-ਬਾਰ ਬਣਾ ਲਈਏ ਸਾਨੂੰ ਸੁੱਖ ਮਿਲੇਗਾ। ਇਹ ਸਾਰੇ ਸੁੱਖ ਨਹੀਂ ਹਨ ਜੀ, ਅਸੀਂ ਗਲਤੀ ਤੇ ਹਾਂ। ਇਹ ਸੁੱਖਾਂ ਦੇ ਸਾਧਨ ਹੋ ਸਕਦੇ ਨੇ, ਪਰ ਇਹ ਸੁੱਖ ਨਹੀਂ ਹਨ। ਸੁੱਖ ਹੈ ਮੈਂ ਮਿਲਿਆ। ਜੇ ਤੁਸੀਂ ਪ੍ਰਭੂ ਨੂੰ ਮਿਲ ਪਵੋ ਤੇ ਸਦੀਵੀ ਸੁੱਖ ਮਿਲ ਸਕਦਾ ਹੈ। ਜੇ ਉਸ ਨੂੰ ਆਪਾਂ ਨਾ ਮਿਲ ਪਾਏ, ਇਹਨਾਂ ਸੁੱਖਾਂ ਦੇ ਸਾਧਨਾਂ ਨੂੰ ਜਟਾਉਂਦੇ ਜਟਾਉਂਦੇ ਅਸੀਂ ਮਰ ਜਾਵਾਂਗੇ, ਲੇਕਿਨ ਸੁੱਖ ਨਹੀਂ ਮਿਲੇਗਾ। ਲੋਕ ਚੰਗੇ ਭਲੇ ਬਿਸਤਰੇ ਤੇ ਪੈ ਕੇ ਆਂਦੇ ਨੇ ਸਾਰੀ ਰਾਤ ਨੀਂਦ ਨਹੀਂ ਆਈ। ਅੱਜ ਕਿਉਂ ਨਹੀਂ ਆਈ? ਇਹ ਤੇ ਬੜਾ ਸੋਹਣਾ ਸੀ, ਏਸੀ ਚੱਲ ਰਿਹਾ ਸੀ, ਫਿਰ ਵੀ ਨੀਂਦ ਕਿਉਂ ਨਹੀਂ ਆਈ? ਫਿਰ ਵੀ ਤੈਨੂੰ ਨੀਂਦ ਵਾਲੀਆਂ ਗੋਲੀਆਂ ਕਿਉਂ ਖਾਣੀਆਂ ਪੈ ਰਹੀਆਂ ਨੇ? ਇਹਦਾ ਮਤਲਬ ਇਹ ਅੰਦਰ ਸੁੱਖ ਨਹੀਂ, ਅੰਦਰ ਸ਼ਾਂਤ ਨਹੀਂ, ਅੰਦਰ ਸਹਿਜ ਨਹੀਂ, ਭਟਕਣਾ ਲੱਗੀ ਹੋਈ ਹੈ। ਫੜ ਲੋ, ਮਾਰ ਲੋ, ਰਾਤ ਦਿਨ ਬਸ ਇਹੋ ਹੀ ਕੰਮ ਫੜਿਆ ਆਪਾਂ, ਫਿਰ ਤਾਂ ਹੀ ਸੁੱਖ ਨਹੀਂ ਮਿਲਦਾ। ਫਰੀਦ ਜੀ ਆਖਦੇ ਮੈਨੂੰ ਤੇ ਬਈ ਪ੍ਰਮਾਤਮਾ ਨੇ ਨੁਕਤਾ ਦੱਸ ਦਿੱਤਾ ਕਿ ਤੂੰ ਆਪਣਾ ਆਪਾ ਸੰਵਾਰ ਲੈ, ਮੈਨੂੰ ਮਿਲ ਪਵੇਂਗਾ। ਮੈਨੂੰ ਮਿਲਣ ਦੇ ਨਾਲ ਤੈਨੂੰ ਸਦਾ ਸਦਾ ਲਈ ਆਤਮਿਕ ਸੁੱਖ ਮਿਲ ਜਾਏਗਾ। ਫਰੀਦਾ ਜੇ ਤੂੰ ਮੇਰਾ ਹੋਏ ਰਹੇ। ਫਰੀਦ ਜੀ ਕਹਿੰਦੇ ਨੇ ਮੈਨੂੰ ਪ੍ਰਮਾਤਮਾ ਨੇ ਇਹ ਗੱਲ ਆਖੀ ਵੀ ਹੇ ਫਰੀਦ, ਜੇ ਤੂੰ ਮੇਰਾ ਬਣ ਜਾਏ ਸਭ ਜੱਗ ਤੇਰਾ ਹੋਏ। ਸਾਰਾ ਸੰਸਾਰ ਹੀ ਫਿਰ ਤੇਰਾ ਬਣ ਜਾਏਗਾ। ਭਾਵ ਇਹ ਦੁਨੀਆ ਤੈਨੂੰ ਇੱਜ਼ਤ ਦੇਵੇਗੀ, ਤੈਨੂੰ ਮਾਣ ਦੇਵੇਗੀ, ਤੈਨੂੰ ਵਡਿਆਈਆਂ ਦੇ ਮਿਲਣਗੀਆਂ। ਗੁਰਬਾਣੀ ਵਿੱਚ ਲਿਖਿਆ ਹੈ ਨਾ ਜੀ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਕੋਈ ਵਿਅਕਤੀ ਸੱਚੇ ਰਾਹ ਤੇ ਤੁਰ ਪੈਂਦਾ ਹੈ, ਜਦੋਂ ਕੋਈ ਆਪਣੇ ਆਪ ਨੂੰ ਸਵਾਰਨ ਲੱਗ ਪੈਂਦਾ ਹੈ, ਉਦੋਂ ਉਹਦੀਆਂ ਵਡਿਆਈਆਂ ਸਾਰਾ ਜਹਾਨ ਕਰਦਾ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਲਿਖਿਆ, ਆਪ ਗਿਆ ਤਾਂ ਆਪਹਿ ਭਏ। ਜਦੋਂ ਕਿਸੇ ਮਨੁੱਖ ਦੇ ਅੰਦਰੋਂ ਹਉਮੈ ਚਲੀ ਜਾਂਦੀ ਹੈ ਨਾ, ਜਦੋਂ ਉਹਦੇ ਅੰਦਰੋਂ ਅਪਨੱਤ ਖਤਮ ਹੋ ਜਾਂਦੀ ਹੈ, ਤਾਂ ਉਹ ਆਪਹਿ ਭਏ ਤੋਂ ਮਤਲਬ ਉਹ ਰੱਬ ਹੋ ਜਾਂਦਾ। ਹੁਣ ਕੀ ਆਪਾਂ ਰੱਬ ਬਣਨਾ ਚਾਹੁੰਦੇ ਹਾਂ? ਮੈਂ ਵੀ ਤੁਸੀਂ ਵੀ ਜ਼ਰੂਰ ਸੋਚਣਾ, ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਨਾ। ਜੇ ਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਬਰਬਾਦ ਕਰਨੀ ਹੈ ਤਾਂ ਵੀ ਠੀਕ ਹੈ, ਤੇ ਜੇ ਰੱਬ ਬਣ ਕੇ ਉਹਦੇ ਵਿੱਚ ਸਮਾ ਜਾਣਾ ਹੈ ਤੇ ਫਿਰ ਭਈ ਆਪਣੇ ਆਪ ਨੂੰ ਸਵਾਰਨਾ ਪੈਣਾ। ਫਿਰ ਇਹ ਸਭ ਛੱਡਣਾ ਪੈਣਾ ਜੋ ਅਸੀਂ ਕਰਮ ਕਰਦੇ ਹਾਂ, ਨਿੰਦਿਆ ਚੁਗਲੀ ਵਾਲੇ, ਇੱਧਰ ਉੱਧਰ ਤੱਕਦੇ ਹਾਂ, ਉਹ ਸਭ ਛੱਡਣਾ ਪੈਣਾ। ਆਪ ਗਿਆ ਤਾਂ ਆਪਹਿ ਭਏ, ਕਿਰਪਾ ਨਿਧਾਨ ਕੀ ਸ਼ਰਨੀ ਪਏ। ਕਿਰਪਾ ਦੇ ਖਜ਼ਾਨੇ ਪਰਮਾਤਮਾ ਦੀ ਜਦੋਂ ਆਪਾਂ ਸ਼ਰਨ ਵਿੱਚ ਆ ਜਾਂਦੇ ਹਾਂ ਤੇ ਸਾਡੇ ਅੰਦਰੋਂ ਹਉਮੈ ਚਲੀ ਜਾਂਦੀ ਹੈ, ਅਪਨੱਤ ਖਤਮ ਹੋ ਜਾਂਦੀ ਹੈ, ਫਿਰ ਅਸੀਂ ਉਹਦਾ ਆਪਣਾ ਰੂਪ ਬਣ ਜਾਂਦੇ ਹਾਂ। ਇਹੋ ਹੀ ਗੱਲ ਫਰੀਦ ਜੀ ਆਖਦੇ ਨੇ ਕਿ ਮੈਨੂੰ ਪਰਮਾਤਮਾ ਨੇ ਆਖਿਆ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਤੇਰਾ ਸਾਰਾ ਸੰਸਾਰ ਤੇਰਾ ਬਣ ਜਾਏਗਾ। ਸ਼ਲੋਕ ਨੰਬਰ 96 'ਚ ਦੱਸਿਆ, ਕੰਧੀ ਉੱਤੇ ਰੁੱਖੜਾ ਕਿਚਰਕ ਬੰਨੈ ਧੀਰ। ਤੁਸੀਂ ਵੇਖਿਆ ਹੋਣਾ ਦਰਿਆਵਾਂ ਦੇ ਕਿਨਾਰਿਆਂ ਤੇ ਨਾ ਰੁੱਖ ਹੁੰਦੇ ਸਨ। ਅੱਜ ਤੇ ਚਲੋ ਜ਼ਮਾਨਾ ਬਦਲ ਗਿਆ, ਨਾ ਉਹ ਜੇ ਦਰਿਆ ਰਹੇ ਨੇ, ਨਾ ਉਹ ਜੇ ਕੰਢੇ ਰਹੇ ਨੇ, ਨਹਿਰਾਂ ਪੱਕੀਆਂ ਕਰ ਲਈਆਂ ਆਪਾਂ, ਤੇ ਪਿੱਛੋਂ ਰੱਬ ਨੇ ਹੁਣ ਪਾਣੀ ਸੁਕਾ ਦਿੱਤਾ, ਹੁਣ ਵਹਿੰਦੇ ਰਹੋ। ਚਲਾਓ ਨਹਿਰਾਂ, ਕਿਵੇਂ ਚਲਾਓਗੇ ਤੁਸੀਂ? ਪੁਰਾਣੇ ਸਮੇਂ ਜਿਹੜੇ ਦਰਿਆ ਵਗਦੇ ਸਨ, ਉਹ ਦਰਿਆਵਾਂ ਦੇ ਕਿਨਾਰਿਆਂ ਤੇ ਰੁੱਖ ਹੁੰਦੇ। ਦਰਿਆ ਇੱਕ ਪਾਸੇ ਨੂੰ ਢਾਹ ਲਗਾਉਂਦਾ, ਉਹ ਰੁੱਖ ਢਹਿ ਕੇ ਦਰਿਆ ਦੇ ਵਿੱਚ ਡਿੱਗ ਪੈਂਦੇ। ਉਹਦੀ ਉਦਾਹਰਨ ਲਈ ਹੈ ਫਰੀਦ ਸਾਹਿਬ ਨੇ ਵੀ ਕੰਧੀ ਉੱਤੇ ਰੁੱਖੜਾ, ਇੱਕ ਕਿਨਾਰੇ ਉੱਤੇ ਕੰਢੇ ਤੇ ਦਰਿਆ ਦੇ ਇੱਕ ਰੁੱਖ ਖਲੋਤਾ ਹੈ। ਕਿਚਰਕ ਬੰਨੈ ਧੀਰ, ਉਹ ਕਿੰਨਾ ਕੁ ਚਿਰ ਹੌਸਲਾ ਰੱਖ ਸਕਦਾ ਹੈ, ਕਿੰਨਾ ਕੁ ਚਿਰ ਟਿਕਿਆ ਰਹਿ ਸਕਦਾ ਹੈ।
ਜਦੋਂ ਪਿੱਛੇ ਮੀਂਹ ਪਿਆ ਦਰਿਆ ਨੇ ਭਰ ਕੇ ਵਗਣਾ ਹੈ ਤੇ ਉਹ ਕਿਨਾਰਾ ਉਹਨੇ ਢਾਹ ਸੁੱਟਣਾ ਤੇ ਰੁੱਖ ਨੇ ਵਿੱਚੇ ਹੀ ਪੈ ਕੇ ਦਰਿਆ ਦੇ ਰੁੜ ਕੇ ਅੱਗੇ ਚਲੇ ਜਾਣਾ। ਇਹ ਉਸ ਰੁੱਖ ਦੀ ਗੱਲ ਨਹੀਂ ਫਰੀਦ ਜੀ ਕਰਦੇ, ਉਹ ਗੱਲ ਕਰਦੇ ਨੇ ਸਾਡੀ ਜ਼ਿੰਦਗੀ ਦੀ। ਸਾਡੀ ਜ਼ਿੰਦਗੀ ਵੀ ਮਾਨੋ ਇੱਕ ਰੁੱਖ ਦੀ ਤਰ੍ਹਾਂ ਇੱਕ ਵਹਿੰਦੇ ਦਰਿਆ ਦੇ ਕਿਨਾਰੇ ਤੇ ਖੜੀ ਹੋਈ ਏ। ਦਰਿਆ ਕਿਹੜਾ ਵਹਿ ਰਿਹਾ ਹੈ? ਆ ਜਿਹੜੇ ਸਵਾਸ ਚੱਲ ਰਹੇ ਨੇ ਨਾ ਜੀ, ਇਹ ਸਾਡੇ ਅੰਦਰ ਇੱਕ ਦਰਿਆ ਵਹਿ ਰਿਹਾ ਹੈ, ਲਗਾਤਾਰ ਰਾਤ ਦਿਨ ਚੱਲਦਾ ਰਹਿੰਦਾ ਹੈ। ਤੇ ਇਸ ਦਰਿਆ ਦੇ ਕਿਨਾਰੇ ਤੇ ਹੀ ਸਾਡਾ ਇਹ ਜੀਵਨ ਹੈ। ਜਿੱਦਣ ਇਹ ਸਵਾਸਾਂ ਰੂਪੀ ਜਿਹੜਾ ਦਰਿਆ ਚੱਲਦਾ ਪਿਆ, ਉਹਨੇ ਇਸ ਜ਼ਿੰਦਗੀ ਦੇ ਰੁੱਖ ਨੂੰ ਆਪਣੇ ਵਿੱਚ ਢਾਹ ਲਿਆ ਤੇ ਸਾਡੀ ਜ਼ਿੰਦਗੀ ਖਤਮ ਹੋ ਜਾਏਗੀ। ਕਿਚਰਕ ਬੰਨ੍ਹੈ ਧੀਰ, ਕਿੰਨਾ ਕੁ ਚਿਰ ਟਿਕਿਆ ਰਹਿ ਸਕਦਾ। ਫਰੀਦਾ ਕੱਚਾ ਭਾਂਡਾ ਰੱਖੀਐ ਕਿਚਰ ਤਾਈ ਨੀਰ। ਕੱਚੇ ਭਾਂਡੇ ਵਿੱਚ ਪਾਣੀ ਕਿੰਨਾ ਕੁ ਚਿਰ ਟਿਕਾ ਕੇ ਰੱਖਿਆ ਜਾ ਸਕਦਾ ਹੈ? ਆਖਰ ਉਹਨੇ ਸੁੱਕ ਜਾਣਾ ਹੈ ਜਾਂ ਭਾਂਡੇ ਵਿੱਚੋਂ ਬਹਿ ਜਾਣਾ ਹੈ। ਕਬੀਰ ਸਾਹਿਬ ਨੇ ਸਾਨੂੰ ਬਹੁਤ ਸੋਹਣਾ ਸਮਝਾਇਆ। ਉਹ ਕਹਿੰਦੇ ਨੇ, ਆਗੇ ਕੋ ਕਿਛ ਤੁਲਹਾ ਬੰਧੋ ਕਿਆ ਪ੍ਰਵਾਸਾ ਧਨ ਕਾ। ਆ ਜਿਹੜਾ ਧਨ ਅਸੀਂ ਇਕੱਠਾ ਕਰਨ ਤੇ ਰਾਤ ਦਿਨ ਲੱਕ ਬੰਨਿਆ ਹੈ ਨਾ, ਕਬੀਰ ਸਾਹਿਬ ਆਖਦੇ ਨੇ ਇਹਦਾ ਭਰੋਸਾ ਕੀ ਹੈ, ਸਾਡੇ ਕੋਲ ਰਹਿਣਾ ਵੀ ਹੈ ਕਿ ਨਹੀਂ ਰਹਿਣਾ, ਕੋਈ ਵਿਸ਼ਵਾਸ ਨਹੀਂ। ਵੱਡੇ ਵੱਡੇ ਲੋਕ ਤੁਸੀਂ ਵੇਖੇ ਹੋਣਗੇ, ਕਈ ਵਾਰੀ ਨਾ ਸ਼ੇਅਰ ਬਾਜ਼ਾਰ ਵਾਲੇ ਲੋਕ ਮੈਨੂੰ ਕਾਫੀ ਮਿਲੇ ਨੇ। ਇੱਕ ਰਾਤ ਪਹਿਲਾਂ ਉਹ ਰਾਜਿਆਂ ਵਰਗੇ ਹੁੰਦੇ ਨੇ ਤੇ ਅਗਲੇ ਦਿਨ ਰੋਂਦੇ ਤੁਰੇ ਆਉਂਦੇ ਨੇ, ਕੱਖ ਵੀ ਨਹੀਂ ਰਹਿ ਗਿਆ। ਐਸਾ ਹੀ ਕੁਝ ਏ, ਇਹ ਦੁਨੀਆ ਦਾ ਮੇਲਾ ਇਹੋ ਜਿਹਾ ਹੀ, ਉਜੜਦਿਆਂ ਚਿਰ ਨਹੀਂ ਲੱਗਦਾ ਇਹਨੂੰ। ਆਗੇ ਕੋ ਕਿਛ ਤੁਲਹਾ ਬੰਧੋ ਕਿਆ ਪ੍ਰਵਾਸਾ ਧਨ ਕਾ। ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਣਕਾ। ਕੱਚੇ ਭਾਂਡੇ ਨੂੰ ਥੋੜਾ ਜਿਹਾ ਠਣਕਾ ਵੱਜ ਜੇ ਤੇ ਟੁੱਟਦਿਆਂ ਦੇਰੀ ਨਹੀਂ ਲੱਗਦੀ। ਇਹ ਤੇ ਉਹਦੇ ਨਾਲੋਂ ਵੀ ਕੱਚਾ ਹੈ ਜਿਹਦੇ ਉੱਤੇ ਅਸੀਂ ਮਾਣ ਕਰੀ ਬੈਠੇ ਹਾਂ, ਜਿਹਦੇ ਉੱਤੇ ਅਸੀਂ ਹੰਕਾਰ ਕਰਦੇ ਹਾਂ। ਕਿਵੇਂ ਦੁਨੀਆ ਮੈਂ ਕਰਦੀ ਪਈ ਏ, ਦੂਜਿਆਂ ਦੇ ਮੁਲਕ ਹੀ ਜਿੱਤ ਲੈਣੇ ਨੇ, ਅਸੀਂ ਉਸ ਮੁਲਕ ਤੇ ਹੀ ਪੂਰੇ ਤੇ ਕਬਜ਼ਾ ਕਰ ਲੈਣਾ ਹੈ ਤੇ ਪਤਾ ਨਹੀਂ ਇਹ ਠਣਕਾ ਕਿੱਦਣ ਲੱਗ ਜਾਣਾ ਤੇ ਛੁੱਟੀ ਹੋ ਜਾਣੀ ਹੈ। ਇਹ ਮੁਲਕ ਇੱਥੇ ਹੀ ਪਏ ਰਹਿ ਜਾਣੇ ਨੇ, ਆਪ ਪਤਾ ਨਹੀਂ ਕੀ ਸਾਡੇ ਨਾਲ ਬੀਤੇਗੀ। ਫਰੀਦਾ ਕੱਚਾ ਭਾਂਡੇ ਰੱਖੀਏ ਕਿਚਰ ਤਾਈ ਨੀਰ। ਬਹੁਤਾ ਸਮਾਂ ਭਾਈ ਕੱਚੇ ਭਾਂਡੇ ਵਿੱਚ ਪਾਣੀ ਨਹੀਂ ਟਿਕਾ ਕੇ ਰੱਖਿਆ ਜਾ ਸਕਦਾ। ਬਹੁਤਾ ਸਮਾਂ ਦਰਿਆ ਦੇ ਕਿਨਾਰੇ ਉੱਤੇ ਖਲੋਤਾ ਹੋਇਆ ਰੁੱਖ ਉਹ ਵੀ ਬਰਕਰਾਰ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਇਹ ਸਾਡਾ ਸਰੀਰ ਰੂਪੀ ਕੱਚਾ ਭਾਂਡਾ, ਇਹਨੇ ਵੀ ਬਹੁਤਾ ਲੰਮਾ ਸਮਾਂ ਨਹੀਂ ਟਿਕਿਆ ਰਹਿਣਾ। ਇਸ ਲਈ ਸਾਨੂੰ ਕੁਝ ਚੰਗਾ ਕਰਨ ਦੀ ਜ਼ਰੂਰਤ ਹੈ। ਤੇ ਚੰਗਾ ਕੀ ਕਰਨਾ ਹੈ? ਚੰਗੇ ਗੁਣ ਆਪਣੇ ਅੰਦਰ ਪੈਦਾ ਕਰਨੇ ਨੇ। ਆਪ ਸਵਾਰੈ ਮੈਂ ਮਿਲੈ। ਆਪਣੇ ਆਪ ਨੂੰ ਆਪਾਂ ਸਵਾਰ ਲਈਏ ਤੇ ਜ਼ਿੰਦਗੀ ਸਾਡੀ ਸਫਲ ਹੋ ਜਾਏਗੀ। ਜੇ ਅਸੀਂ ਨਾ ਸਵਾਰ ਪਾਏ ਤੇ ਫਿਰ ਇਹ ਜੀਵਨ ਅਸਫਲ ਹੋ ਜਾਏਗਾ। ਫਿਰ ਉਹੀ 84 ਦਾ ਗੇੜ ਤੇ ਉਸੇ ਵਿੱਚ ਫਿਰ ਅਸੀਂ ਪੈ ਕੇ ਸਦਾ ਲਈ ਕਿਸੇ ਘੁੰਮਣ ਘੇਰੀ ਵਿੱਚ, ਵਿਕਾਰਾਂ ਦੀ ਘੁੰਮਣ ਘੇਰੀ ਵਿੱਚ ਫਿਰ ਗੋਤੇ ਖਾਂਦੇ ਰਹਾਂਗੇ। ਸੋ ਅੱਜ ਤੁਸੀਂ ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਗੁਰਬਾਣੀ ਦੇ ਵਿਚਾਰ ਨੂੰ ਸਰਵਣ ਕੀਤਾ ਹੈ। ਆਪ ਸਾਰੀ ਸੰਗਤ ਦਾ ਬਹੁਤ ਧੰਨਵਾਦ। ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।